वाहेगुरु। रहत अवर कश अवर कमावत, मन ही प्रीत मुखों गंढ लावत। धन धन गुरु अर्जन देव साहब महाराज जी रहमत कर रहे ने कि धर्म की दुनिया अंदर बहुत ऐसे अपने आप नूं वड्डे वड्डे प्रचारक संत महात्मा कहाउण वाले ने। सतगुरु जी दे वेले भी सी, उस तो पहला भी सी ते हुण भी है। क्योंकि सतगुरु जी जिहड़ा बचन करते ने वो तीन काल सत है। वो पिछले समय विच भी सी, हुण भी सत है, अगने आउण वाले समय च भी वो सत रहेगा। जिहड़ा सतगुरु जी ने 500 साल पहला बचन करता, वो बचन 2000 साल 20,000 साल लख साल करोड़ साल बाद भी सच्चा ही रहेगा, वो ढुकदा ही रहेगा। सतगुरु पातशाह जी ने देखिया भी धर्म का प्रचार बहुत करते हैं, बड़े प्रचारक ने, पर आउटपुट नहीं कोई निकल रही। भाव फायदा कितना क हो रहा है। अज देख लो, अज दे प्रचारक देख लो, उन्ना फायदा नहीं करते संगतां दा जिन्ना नुकसान करी जा रहे हैं। उन्ने शंके आम जिहड़ा मनुख है उहदे मन विच पैदा नहीं हुंदे जिन्ने इन्हां ने करते है। असीं धर्म नाल तोड़ जोड़न दा काम सी साडा प्रचारकां दा, पर असीं तोड़ के रखदा। असीं भावना घटाई है, संगत दी वधाई नहीं। बाणी ते शंके कीते, गुरु इतिहास ते कीते, साखियां ते संखे कीते, होर बहुत कुछ है। आने वाले समय च तुसीं देखियो अगे अगे हुंदा की आ। पातशाह जी ने कहा भी फर्क क्यों नहीं पै रहा, इन्नी कथा हो रही, इन्ना कीर्तन हो रहा। तुसी टीवी लगाओ, 14 मेरे ख्याल 15 चैनल सिर्फ गुरबाणी दे चलते आ। पर माड़ी गल नहीं है, तो बहुत चंगी गल है। पहला असीं तरसदे सी गुरबाणी सुनन, कीर्तन सुनन, कथा सुनन, पर हुण हरेक घर विच अगलियां पहुँचाती। पर फर्क कित्थे है। गुरमुख प्यारिओ, पातशाह जी कहते जह कीर्तन तेरा साधु गावै, तह मेरा मन लागै। सतगुरु जी ने हरेक गल का रिजल्ट कढ़ के पहला ही दस दिता है भी जिथे साधु कीर्तन करूगा, जिथे साधु कोई कीर्तन करेगा, बाणी सुनाएगा, कथा सुनाएगा, कीर्तन सुनाएगा, उथे मन लगेगा। सब तो वड्डी गल है भी पहला सानू आप कमाई करनी पैनी है। सतगुरु पातशाह जी कहते पहले मन प्रबुद्ध है अपना, पाछे अवर रिझावै। पहले अपने मन नूं समझाउणा पऊगा। धन गुरु तेग बहादुर साहब जी दे कोल एक बीबी अपने बच्चे नूं लैके आई, कहंदी बाबा जी सतगुरु जी ये गुड़ बहुत खांदा, इनू कहो भी गुड़ ना खाया करे। सतगुरु पातशाह जी कहंदे बीबी इनू परसों लैके आई साडे कोल। कहंदे जी ठीक है। एक दिन छड्ड के बीबी बच्चे नूं फेर लै आई।
ਸਤਿਗੁਰੂ ਜੀ ਕਹੋ ਇਹਨੂੰ ਵੀ ਇਹ ਗੁੜ ਬਹੁਤ ਖਾਂਦਾ ਹੈ, ਹਟ ਜਾਏ। ਸਤਿਗੁਰੂ ਜੀ ਕਹਿੰਦੇ ਭਾਈ ਗੁੜ ਨਹੀਂ ਖਾਣਾ ਅੱਜ ਤੋਂ। ਕਹਿਣ ਲੱਗੀ ਬੀਬੀ ਪਾਤਸ਼ਾਹ ਜੀ ਉਦਣ ਹੀ ਕਹਿ ਦਿੰਦੇ ਇਹਨੂੰ, ਜੇ ਇੰਨੀ ਗੱਲ ਹੀ ਕਹਿਣੀ ਸੀ ਵੀ ਗੁੜ ਨਹੀਂ ਖਾਣਾ। ਸਤਿਗੁਰੂ ਜੀ ਹੱਸ ਪਏ, ਕਹਿੰਦੇ ਭਾਈ ਉਦਣ ਮੈਂ ਪਹਿਲਾਂ 2 ਦਿਨ ਪਹਿਲਾਂ ਮੈਂ ਆਪ ਛੱਡਿਆ ਗੁੜ। ਪਹਿਲਾਂ ਮੈਂ ਵੀ ਖਾਂਦਾ ਸੀ, ਮੈਂ ਇਹਨੂੰ ਕਿਵੇਂ ਕਹਿ ਦਿੰਦਾ ਵੀ ਤੂੰ ਨਾ ਗੁੜ ਖਾ। ਇਸ ਕਰਕੇ ਅਸੀਂ ਜਿੰਨਾ ਮਰਜ਼ੀ ਕਹੀਏ ਨਾਮ ਜਪੋ ਬਾਣੀ ਪੜ੍ਹਿਆ ਕਰੋ, ਪਰ ਜੇ ਅਸੀਂ ਆਪ ਨਹੀਂ ਪੜ੍ਹਦੇ ਤੁਸੀਂ ਕਿਵੇਂ ਸਾਡੇ ਆਖੇ ਲੱਗ ਜਾਓਗੇ। ਅਸੀਂ ਜਿੰਨਾ ਮਰਜ਼ੀ ਕਹੀਏ ਧਰਮ ਦੀ ਕਿਰਤ ਕਰੋ, ਕਿਸੇ ਦਾ ਹੱਕ ਨਾ ਖਾਓ, ਪਰ ਜੇ ਅਸੀਂ ਆਪ ਖਾਂਦੇ ਹਾਂ, ਜੇ ਅਸੀਂ ਆਪ ਨਹੀਂ ਧਰਮ ਦੀ ਕਿਰਤ ਕਰਦੇ, ਦਸਾਂ ਨੂੰਆਂ ਦੀ ਕਿਰਤ 'ਤੇ ਚੱਲਦੇ ਨਹੀਂ, ਜਿੰਨੀ ਸਾਨੂੰ ਤਨਖਾਹ ਮਿਲਦੀ ਹੈ ਜਿੰਨੀ ਉਹਦੇ ਵਿੱਚ ਗੁਜ਼ਾਰਾ ਅਸੀਂ ਨਹੀਂ ਕਰਦੇ, ਤੇ ਫਿਰ ਸਾਡੀ ਗੱਲ ਤੁਸੀਂ ਕਿਵੇਂ ਮੰਨ ਲਓਗੇ। ਇਸ ਕਰਕੇ ਜਿਹੜੇ ਧਰਮ ਦੇ ਪ੍ਰਚਾਰਕ ਨੇ ਗੁਰਮੁਖ ਪਿਆਰਿਓ, ਉਹਨਾਂ ਨੂੰ ਪਹਿਲਾਂ ਖੁਦ ਧਰਮੀ ਬਣਨਾ, ਖੁਦ ਸੰਤ ਬਣਨਾ। ਤੁਸੀਂ ਗੱਡਾ ਵੇਖਿਆ ਜਦੋਂ ਉਹ ਲੱਦਿਆ ਹੁੰਦਾ ਨਾ, ਲੱਦਿਆ ਹੁੰਦਾ, ਉਹ ਜਦੋਂ ਗੱਡਾ ਤੁਰਦਾ ਉਹ ਲੀਹਾਂ ਪਾਉਂਦਾ ਜਾਂਦਾ, ਧੱਸਦਾ ਜਾਂਦਾ ਧਰਤੀ ਦੇ ਵਿੱਚ, ਅਤੇ ਜਦੋਂ ਖਾਲੀ ਹੋਵੇ ਉਦੋਂ ਫਿਰ ਉੱਤੇ ਉੱਤੇ ਭੱਜਿਆ ਜਾਂਦਾ। ਉਹਦੇ ਟਾਇਰਾਂ ਦੇ ਨਿਸ਼ਾਨ ਵੀ ਨਹੀਂ ਪੈਂਦੇ, ਪਰ ਜਦੋਂ ਲੱਦਿਆ ਹੋਵੇ ਅੱਧੇ ਅੱਧੇ ਟਾਇਰ ਉਹਦੇ ਧਰਤੀ 'ਚ ਵੜ ਜਾਂਦੇ ਆ। ਇਸੇ ਪ੍ਰਕਾਰ ਜਿਹਦੇ ਅੰਦਰ ਨਾਮ ਬਾਣੀ ਦਾ ਕਿਣਕਾ ਹੈ, ਜਦੋਂ ਉਹ ਬਾਣੀ ਪੜ੍ਹਦਾ, ਜਦੋਂ ਉਹ ਕਥਾ ਕਰਦਾ, ਜਦੋਂ ਕੀਰਤਨ ਕਰਦਾ, ਉਹਦਾ ਇੱਕ ਇੱਕ ਬੋਲ ਸਾਡੇ ਅੰਦਰ ਨੂੰ ਵਿੰਨ ਕੇ ਲੰਘਦਾ, ਸਾਡੇ ਹਿਰਦੇ ਦੇ ਵਿੱਚ ਵੜ ਜਾਂਦਾ। ਭਾਈ ਹੀਰਾ ਸਿੰਘ ਜੀ ਹੋਏ ਨੇ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀਏ, ਅਤੇ ਗੁਰਮੁਖ ਪਿਆਰਿਓ ਐਸਾ ਕੀਰਤਨ ਕਰਦੇ ਸੀ ਕਿ ਦੂਜੇ ਧਰਮਾਂ ਵਾਲੇ ਆਪਣੇ ਬੱਚਿਆਂ ਨੂੰ ਲੁਕਾ ਲੈਂਦੇ ਸੀ। ਉਹਨਾਂ ਸਮਾਂ ਉਹਨਾਂ ਦੇ ਕੰਨ ਬੰਦ ਕਰ ਦਿੰਦੇ ਸੀ ਵੀ ਜੇ ਤੁਹਾਡੇ ਕੰਨ 'ਚ ਭਾਈ ਹੀਰਾ ਸਿੰਘ ਦੀ ਆਵਾਜ਼ ਪੈ ਗਈ ਤੇ ਤੁਸੀਂ ਸਿੱਖ ਬਣ ਜਾਣਾ। ਇੰਨਾ ਮਨਮੋਹਣਾ ਕੀਰਤਨ, ਇੰਨਾ ਰਸ ਵਿੱਚ ਭਿੱਜ ਕੇ ਕੀਰਤਨ ਕਰਦੇ ਸੀ ਵੀ ਸੁਣਨ ਵਾਲੇ ਆਪਣੇ ਆਪ ਗੁਰੂ ਨਾਨਕ ਦੇ ਗੁਰਮੁਖ ਪਿਆਰਿਓ ਭੌਰੇ ਹੋ ਜਾਂਦੇ ਸੀ, ਗੁਰੂ ਨਾਨਕ ਦੇ ਚਰਨਾਂ ਤੋਂ ਵਾਰ-ਵਾਰ ਜਾਂਦੇ ਸੀ। ਇੰਨਾ ਰਸ ਆਉਂਦਾ ਸੀ ਕੀਰਤਨ ਵਿੱਚ। ਪਰ ਅੱਜ ਤਾਂ ਬੜੇ ਕੀਰਤਨ ਦਰਬਾਰ ਹੋ ਰਹੇ ਆ, ਗੱਲ ਕਿਉਂ ਨਹੀਂ ਬਣ ਰਹੀ? ਅਸਲ ਵਿੱਚ ਅਸੀਂ ਕਥਾ ਵੇਚਣ ਲੱਗ ਪਏ, ਕੀਰਤਨ ਵੇਚਣ ਲੱਗ ਪਏ, ਤੁਸੀਂ ਖਰੀਦਣ ਲੱਗ ਪਏ। ਅਸੀਂ ਬੰਨ ਲਿਆ ਵੀ ਅਸੀਂ ਲੱਖ ਰੁਪਈਆ ਹੀ ਲੈਣਾ ਕੀਰਤਨ ਦਾ, ਕਥਾ ਦਾ ਇੰਨੇ ਹੀ ਲੈਣੇ ਆ, ਤੁਸੀਂ ਦੇ ਤੇ। ਕਈ ਤਾਂ ਪਰਿਵਾਰ, ਕਈ ਸਿਰਫ ਆਪਣੇ ਨੰਬਰ ਬਣਾਉਣ ਵਾਸਤੇ ਹੀ ਕੀਰਤਨ ਦਰਬਾਰ 'ਤੇ ਕਥਾ ਕਰਵਾ ਰਹੇ ਨੇ ਵੀ ਵੇਖੋ ਜੀ ਅਸੀਂ ਐਡਾ ਵੱਡਾ ਪ੍ਰਚਾਰਕ ਸੱਦਿਆ, ਅਸੀਂ ਇੰਨੇ ਅਮੀਰ ਹਾਂ। ਜਦੋਂ ਤੱਕ ਗੁਰਮੁਖ ਪਿਆਰਿਓ ਅਸੀਂ ਧਰਮ ਨੂੰ ਧੰਦਾ ਬਣਾਵਾਂਗੇ ਉਦੋਂ ਗੱਲ ਨਹੀਂ ਬਣਨੀ। ਅਸਲ ਵਿੱਚ ਦਿਲੋਂ ਚੱਲਣਾ ਪੈਣਾ ਵੀ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਕਰਨਾ, ਫਿਰ ਗੱਲ ਬਣਨੀ ਆ। ਭਾਵੇਂ ਕੱਪੜੇ ਸਾਡੇ ਪਾਟੇ ਹੋਣ, ਟੁੱਟੀ ਜੁੱਤੀ ਹੋਵੇ, ਜੋ ਮਰਜ਼ੀ ਹੋਵੇ, ਪਰ ਅਸੀਂ ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਕਰਨਾ, ਤੁਰ ਫਿਰ ਕੇ ਕਰਨਾ। ਇਹ ਨਹੀਂ ਬੜੇ ਬੜੇ ਪ੍ਰਚਾਰਕ ਨੇ, ਪਰ ਜਾਂਦੇ ਉੱਥੇ ਨੇ ਜਿੱਥੇ ਉਹਨਾਂ ਨੂੰ ਕੋਈ ਸੱਦੇ। ਪਰ ਇੰਨਾ ਦੱਸੋ ਵੀ ਗੁਰੂ ਨਾਨਕ ਨੂੰ ਕਿਸੇ ਨੇ ਸੱਦਿਆ ਸੀ? ਗੁਰੂ ਨਾਨਕ ਪਾਤਸ਼ਾਹ ਤੁਰ ਤੁਰ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਕਹਿੰਦੇ 350 ਕਰੋੜ ਸਿੱਖ ਗੁਰਮੁਖ ਪਿਆਰਿਓ ਗੁਰੂ ਨਾਨਕ ਸਾਹਿਬ ਹੀ ਸਜਾ ਗਏ ਸੀ। ਤੇ ਹੁਣ ਪਤਾ ਕਿੰਨੀ ਆ? 2.5 ਕਰੋੜ ਗਿਣਤੀ ਰਹਿ ਗਈ ਸਾਡੀ। ਉਹਨਾਂ 'ਚੋਂ ਵੀ ਪੂਰਨ ਸਿੱਖ ਨਹੀਂ, 2.5 ਕਰੋੜਾਂ 'ਚੋਂ ਵੀ ਮਸਾਂ ਕਰੋੜ ਵੀ ਨਹੀਂ ਕਹਿ ਸਕਦੇ
ਜਿਹੜੇ ਸਿਰਫ ਤੇ ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨਦੇ ਆ ਤੇ ਗੁਰੂ ਦੀ ਕਹੀ ਹੋਈ ਗੱਲ ਨੂੰ ਫੋਲੋ ਕਰਦੇ ਆ, ਭਾਵ ਗੁਰੂ ਦੀ ਗੱਲ ਨੂੰ ਮੰਨਦੇ ਆ ਤੇ ਗੁਰੂ ਦੀ ਗੱਲ ਤੇ ਚੱਲਦੇ ਆ। ਜੀਵਨ ਜਿਨ੍ਹਾਂ ਦਾ ਬਾਣੀ ਅਨੁਸਾਰ ਹੈ ਤੇ ਜਿਨ੍ਹਾਂ ਦਾ ਜੀਵਨ ਗੁਰ ਇਤਿਹਾਸ ਅਨੁਸਾਰ ਹੈ, ਬਹੁਤ ਥੋੜੇ ਨੇ। ਸੋ ਇਸ ਕਰਕੇ ਪਾਤਸ਼ਾਹ ਜੀ ਨੇ ਦੱਸਿਆ ਅੱਜ ਦੀ ਬਾਣੀ ਦੇ ਵਿੱਚ, ਰਹਿਤ ਅਵਰ ਕਛ ਅਵਰ ਕਮਾਵਤ। ਕਹਿੰਦੇ ਦਿਖਾਉਂਦੇ ਕੁਝ ਹੋਰ ਨੇ, ਕਰਦੇ ਕੁਝ ਹੋਰ ਨੇ। ਧਰਮ ਦੇ ਬਾਹਰ ਲਈ ਚਿੰਨ੍ਹ ਪਾਏ ਹੋਏ ਨੇ, ਅਸੀਂ ਵੀ ਇਹੋ ਕੁਝ ਕੀਤਾ ਹੋਇਆ। ਰਹਿਤ ਅਵਰ ਕਛ ਅਵਰ ਕਮਾਵਤ, ਕਹਿੰਦੇ ਰਹਿਤ ਕੁਝ ਹੋ ਰਿਹਾ, ਕਮਾਉਂਦੇ ਕੁਝ ਹੋ ਰਿਹਾ। ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਮੁੱਖ ਦੇ ਨਾਲ ਬੜੀਆਂ ਗੰਢ ਗੰਢ ਕੇ ਸਵਾਦਲੀਆਂ ਗੱਲਾਂ ਕਰਦੇ ਆ, ਬੜੇ ਸੋਹਣੇ ਸੋਹਣੇ ਸ਼ਬਦ ਸੁਣਾਉਣੇ ਆ ਗੰਢ ਗੰਢ ਕੇ, ਪਰ ਮਨ ਨਹੀਂ ਪ੍ਰੀਤ। ਮਨ ਦੇ ਅੰਦਰ ਪ੍ਰੀਤ ਨਹੀਂ, ਮਨ ਦੇ ਅੰਦਰ ਪ੍ਰੀਤੀ ਨਹੀਂ। ਮਨ ਤਾਂ ਅੰਦਰੋਂ ਕਥਾ ਨਹੀਂ ਕਰ ਰਿਹਾ ਗੁਰਬਾਣੀ ਦੀ, ਮਨ ਤਾਂ ਅੰਦਰੋਂ ਕੀਰਤਨ ਨਹੀਂ ਕਰ ਰਿਹਾ, ਮਨ ਨਹੀਂ ਬਾਣੀ ਪੜ੍ਹ ਰਿਹਾ, ਫਿਰ ਸੁਣਨ ਵਾਲਿਆਂ ਤੇ ਕੀ ਅਸਰ ਹੋਊਗਾ। ਇਸ ਕਰਕੇ ਪਾਤਸ਼ਾਹ ਜੀ ਨੇ ਕਿਹਾ ਵੀ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਕਹਿੰਦੇ ਮਨ ਵਿੱਚ ਪ੍ਰੀਤ ਨਹੀਂ, ਮੁੱਖ ਦੇ ਨਾਲ ਬੜੀਆਂ ਗੰਢ ਤੋਪ ਕਰਦਾ, ਜੋੜ ਤੋੜ ਕਰਦਾ, ਸ਼ਬਦਾਂ ਦੇ ਬੜੇ ਪ੍ਰਭਾਵਸ਼ਾਲੀ ਸ਼ਬਦ ਬੋਲਦਾ। ਸੁਣਨ ਵਾਲੇ ਆਸ਼ਾ 'ਚ ਕਰ ਉੱਠਦੇ ਨੇ ਵੀ ਬੜਾ ਵਿਦਵਾਨ ਆ, ਬੜੀ ਆਰਬੀ ਤੇ ਹੋਰ ਕਈ ਵਿੱਚ ਭਾਸ਼ਾਵਾਂ ਬੋਲਦੇ ਨੇ, ਜਿਹੜੀ ਸੰਗਤ ਨੂੰ ਸਮਝ ਵੀ ਨਹੀਂ ਆਉਂਦੀ। ਫਾਰਸੀ ਬੋਲਦੇ ਨੇ, ਉਰਦੂ ਬੋਲਦੇ ਨੇ, ਇੰਗਲਿਸ਼ ਬੋਲਦੇ ਨੇ, ਵੀ ਸਾਡਾ ਪ੍ਰਭਾਵ ਪਵੇ ਸੰਗਤਾਂ ਦੇ ਵੀ ਅਸੀਂ ਬੜੇ ਪੜ੍ਹੇ ਲਿਖੇ ਹਾਂ। ਪਰ ਅਸੀਂ ਕਿਸੇ ਨੂੰ ਜਨਾਉਣਾ ਨਹੀਂ ਵੀ ਅਸੀਂ ਵਿਦਵਾਨ ਹਾਂ, ਅਸੀਂ ਸਿਰਫ ਗੁਰੂ ਦੀ ਗੱਲ ਸਮਝਾਉਣੀ ਹੈ। ਗੁਰਬਾਣੀ ਜੋ ਕਹਿੰਦੀ ਹੈ ਉਹ ਦੱਸਣਾ ਹੈ ਵੀ ਭਾਈ ਸਤਿਗੁਰੂ ਜੀ ਆਹ ਕਹਿ ਰਹੇ ਨੇ, ਅਸੀਂ ਇਹਨੂੰ ਕਮਾਉਣਾ ਹੈ। ਪਾਤਸ਼ਾਹ ਜੀ ਕਹਿੰਦੇ ਜਾਣਨ ਹਾਰ ਪ੍ਰਭੂ ਪ੍ਰਬੀਨ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੋ ਸੁਆਮੀ ਮਾਲਕ ਹੈ ਨਾ, ਉਹ ਸਭ ਜਾਣਦਾ ਹੈ ਵੀ ਤੂੰ ਜਿਹੜੀ ਗੱਲ ਕਹਿ ਰਿਹਾ, ਕਿੱਥੋਂ ਕਹਿ ਰਿਹਾ, ਕੀ ਕਰ ਰਿਹਾ, ਇਹ ਤੂੰ ਆਪ ਕਮਾਉਂਦਾ ਹੈ ਕਿ ਨਹੀਂ ਕਮਾਉਂਦਾ। ਜਾਣਨ ਹਾਰ ਪ੍ਰਭੂ ਪ੍ਰਬੀਨ, ਕਹਿੰਦੇ ਬੜਾ ਸਿਆਣਾ ਵਾਹਿਗੁਰੂ ਹੈ, ਜਾਣਦਾ ਹੈ। ਬਾਹਰ ਭੇਖ ਨਾ ਕਾਹੂ ਪੀਨ। ਪਾਤਸ਼ਾਹ ਜੀ ਕਹਿੰਦੇ ਉਹ ਕਦੇ ਕਿਸੇ ਦੇ ਬਾਹਰਲੇ ਭੇਖ ਦੇ ਨਾਲ ਪ੍ਰਸੰਨ ਨਹੀਂ ਹੁੰਦਾ। ਜਿੰਨਾ ਤੋਂ ਮਰਜ਼ੀ ਲੰਮਾ ਚੋਲਾ ਪਾ ਲੈ, ਭਾਵੇਂ ਗਲ 'ਚ 10 ਮਾਲਾਂ ਪਾ ਲੈ, ਸਿਰ 'ਤੇ ਵੀ ਮਾਲਾ ਬੰਨ੍ਹ ਲਾ, ਬਹੁਤ ਕੁਛ ਕਰ ਲਾ, ਧਾਰਮਿਕ ਦੇ ਧਰਮ ਦੇ ਸਾਰੇ ਚਿੰਨ੍ਹ ਪਾ ਲੈ, ਪਰ ਕਹਿੰਦੇ ਚਿੰਨ੍ਹਾਂ ਦੇ ਨਾਲ ਵਾਹਿਗੁਰੂ ਖੁਸ਼ ਨਹੀਂ ਹੁੰਦਾ। ਤਾਂ ਅੰਦਰ ਦੀ ਰਹਿਤ ਵੇਖਦਾ, ਪਰ ਇਹ ਨਹੀਂ ਵੀ ਅਸੀਂ ਕਹੀਏ ਵੀ ਸਾਡੇ ਤਾਂ ਅੰਦਰ ਸਿੱਖੀ ਆ ਜੀ, ਬਾਹਰ ਅਸੀਂ ਕੇਸ ਵੀ ਕਤਲ ਕਰਾਈਏ ਤੇ ਦਾੜੀ ਵੀ ਕਤਲ ਕਰਾਈਏ ਤੇ ਗੁਰੂ ਦੀ ਦਿੱਤੀ ਦਸਤਾਰ ਵੀ ਨਾ ਬੰਨੀਏ ਤੇ ਕਹੀਏ ਵੀ ਸਾਡੇ ਅੰਦਰ ਸਿੱਖੀ ਆ। ਇੱਦਾਂ ਵੀ ਗੱਲ ਨਹੀਂ ਬਣਨੀ, ਕਿਉਂਕਿ ਬਾਣੀ ਨੇ ਸਾਰੇ ਤੱਥ ਪੇਸ਼ ਕੀਤੇ ਹੋਏ ਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਅੰਦਰ, ਪਾਤਸ਼ਾਹ ਜੀ ਕਹਿੰਦੇ ਜੇ ਧਰਤੀ ਦੇ ਅੰਦਰ ਜੜ ਹੋਵੇ ਨਾ, ਜੜ ਤੇ ਉੱਪਰ ਪੱਤੇ ਤੇ ਫਲ ਟਾਹਣੀਆਂ ਆਪੇ ਹੀ ਨਿਕਲ ਆਉਂਦੀਆਂ, ਤੇ ਜੇ ਅੰਦਰ ਸਿੱਖੀ ਹੋਵੇ ਤੇ ਬਾਹਰ ਫਿਰ ਸਿੱਖੀ ਦਾ ਵਿਖਾਵਾ ਕਿਉਂ ਨਾ ਹੋ, ਫਿਰ ਜ਼ਰੂਰ ਹੋ। ਪਰ ਤੁਸੀਂ ਕਹਿੰਦੇ ਹੋ ਸਾਡੇ ਅੰਦਰ ਸਿੱਖੀ ਹੈ, ਵਿਖਾਵੇ ਦੇ ਨਾਂ ਨੂੰ ਸਿੱਖੀ ਥੋੜ੍ਹਾ ਕਹਿੰਦੇ ਆ। ਸਤਿਗੁਰੂ ਜੀ ਨੇ ਦੋਵਾਂ ਹਾਲਤਾਂ ਦੇ ਵਿੱਚ ਦੱਸਿਆ ਵੀ ਜੇ ਬਾਹਰ ਦਾ ਇਕੱਲਾ ਭੇਖ ਹੈ, ਅੰਦਰ ਸਿੱਖੀ ਨਹੀਂ, ਤਾਂ ਵੀ ਗਲਤ ਆ। ਤੇ ਜੇ ਤੁਸੀਂ ਕਹਿੰਦੇ ਹੋ ਸਾਡੇ ਅੰਦਰ ਸਿੱਖੀ ਆ
ਤੇ ਅਸੀਂ ਬਾਹਰ ਵਿਖਾਵਾ ਨਹੀਂ ਕਰਨਾ ਤਾਂ ਵੀ ਗਲਤ ਆ। ਅੰਦਰ ਸਿੱਖੀ ਵੀ ਚਾਹੀਦੀ ਆ, ਬਾਹਰ ਸਿੱਖੀ ਦੇ ਨਿਸ਼ਾਨ ਵੀ ਚਾਹੀਦੇ ਆ। ਸਤਿਗੁਰੂ ਜੀ ਨੇ ਤੇ ਇੱਥੋਂ ਤੱਕ ਕਿਹਾ ਵੀ 5 ਜਿਹੜੇ ਸਤਿਗੁਰੂ ਜੀ ਨੇ ਕੱਕੇ ਦਿੱਤੇ ਨੇ, ਕੇਸ, ਕੰਘਾ, ਕਿਰਪਾਨ, ਕਛਹਿਰਾ, ਤੇ ਗੁਰਮੁਖ ਪਿਆਰਿਓ ਇਹਨਾਂ 5 ਕੱਕਿਆਂ ਦੇ ਵਿੱਚੋਂ ਇੱਕ ਵੀ ਮਾਫ ਨਹੀਂ ਕੀਤਾ ਜਾ ਸਕਦਾ। ਕੋਈ ਤੁਸੀਂ ਕਹੋ ਵੀ ਇੱਕ ਮਾਫ ਹੋ ਜਾਏ, ਨਹੀਂ। ਭਾਈ ਨੰਦ ਲਾਲ ਜੀ ਕਹਿੰਦੇ ਇੱਕ ਵੀ ਨਹੀਂ ਜੇ ਮਾਫ ਹੋ ਸਕਦਾ। ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਵੀ ਇਹ 5 ਹੀ ਰੱਖਣੇ ਜ਼ਰੂਰੀ ਨੇ। ਜੇ ਤੁਸੀਂ 5 ਚੋਂ ਇੱਕ ਦੀ ਵੀ ਢਿੱਲ ਕਰ ਲਈ ਤੇ ਤੁਸੀਂ ਸਿੱਖ ਨਹੀਂ, ਪਤਤ ਸਿੱਖ ਜੇ, ਪਤਤ। ਤੇ ਯਾਦ ਰੱਖ ਲਿਓ, ਪਤਤ ਸਿੱਖ ਜਿਹੜਾ ਵਾ ਉਹਦੀ ਨਾ ਗੁਰਦੁਆਰੇ ਅਰਦਾਸ ਹੋ ਸਕਦੀ ਆ, ਨਾ ਉਹਦਾ ਕੜਾਹ ਪ੍ਰਸ਼ਾਦ ਪ੍ਰਮਾਣ ਕੀਤਾ ਜਾ ਸਕਦਾ। ਇਹ ਸਾਡੀ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਵੀ ਪਤਤ ਸਿੱਖ ਦੀ ਨਾ ਅਰਦਾਸ ਹੋ ਸਕਦੀ ਆ, ਜਿਹਨੇ ਅੰਮ੍ਰਿਤ ਛਕਿਆ ਹੋਵੇ ਤੇ ਅੰਮ੍ਰਿਤ ਛਕ ਕੇ ਤੇ 5 ਕੱਕਿਆਂ ਚੋਂ ਕਿਸੇ ਇੱਕ ਦੀ ਵੀ ਬੇਅਦਬੀ ਕੀਤੀ ਹੋਵੇ, ਨਾ ਧਾਰਨ ਕੀਤਾ ਹੋਵੇ, ਕੋਈ ਰਹਿਤ ਵਿੱਚ ਗੁਰਮੁਖ ਪਿਆਰਿਓ ਨੇ ਕੁਰੈਤ ਕਰ ਦਿੱਤੀ ਹੋਵੇ, ਕੁਤਾਹੀ ਕੀਤੀ ਹੋਵੇ, ਨਾ ਉਸ ਸਿੱਖ ਦੀ ਅਰਦਾਸ ਹੋ ਸਕਦੀ ਆ, ਨਾ ਉਹਦਾ ਲਿਆਂਦਾ ਕੜਾਹ ਪ੍ਰਸ਼ਾਦ ਪ੍ਰਵਾਨ ਹੋ ਸਕਦਾ। ਇਹ ਸਾਡੀ ਇਤਿਹਾਸ ਵਿੱਚ ਲਿਖਿਆ, ਇਹ ਸਾਡੀ ਜਿਹੜੀ ਗੁਰਮੁਖ ਪਿਆਰੋ ਰਹਿਤ ਮਰਿਆਦਾ ਹੈ ਪੰਥ ਦੀ, ਉਹਦੇ ਵਿੱਚ ਲਿਖਿਆ। ਪਰ ਅਸੀਂ ਕਿੱਥੇ ਫਿਰਦੇ ਹਾਂ, ਕਿੱਥੋਂ ਦੇ ਅਸੀਂ ਆਪਣੀ ਸਿੱਖ ਬਣੇ ਫਿਰਦੇ ਹਾਂ। ਪਾਤਸ਼ਾਹ ਜੀ ਕਹਿੰਦੇ ਜਾਣਨ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨਾ ਕਾਹੂ ਪੀਣ। ਅਸੀਂ ਖਾਣੇ ਤੰਬਾਕੂ ਆ, ਪੀਣੇ ਸ਼ਰਾਬਾਂ ਵਾ, ਖਾਣੇ ਕਬਾਬ ਆ, ਹੋਰ ਬਹੁਤ ਕੁਛ ਕਰਦੇ ਆ, ਤੇ ਗੁਰਦੁਆਰੇ ਆਣ ਕੇ ਕਹਿੰਦੇ ਅਸੀਂ ਬੜੇ ਵੱਡੇ ਸਿੱਖ ਹਾਂ। ਸਾਡੇ ਵਰਗਾ ਸਿੱਖ ਕੋਈ ਨਹੀਂ। ਸਾਨੂੰ ਇੱਥੇ ਆਣ ਕੇ ਬੋਲਣਾ ਨਹੀਂ ਆਉਂਦਾ ਵੀ ਬੋਲਣਾ ਕਿਵੇਂ ਆ। ਗੁਰੂ ਪਾਤਸ਼ਾਹ ਜੀ ਮਾਫ ਕਰਨ, ਪਾਤਸ਼ਾਹ ਜੀ ਕਹਿੰਦੇ ਬਾਹਰ ਭੇਖ ਨਾ ਕਾਹੂ ਪੀਣ। ਬਾਹਰ ਦੇ ਭੇਖਾਂ ਦੇ ਨਾਲ ਕਹਿੰਦੇ ਗੁਰੂ ਨੂੰ ਰਝਾਇਆ ਨਹੀਂ ਜੇ ਜਾ ਸਕਦਾ, ਉਹ ਪ੍ਰਸੰਨ ਨਹੀਂ ਹੋਣਾ। ਪਾਤਸ਼ਾਹ ਜੀ ਕਹਿੰਦੇ ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਵਰ ਉਪਦੇਸ ਹੈ, ਮੇਰੇ ਵਰਗਾ ਦੂਜਿਆਂ ਨੂੰ ਉਪਦੇਸ਼ ਕਰਦਾ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਜਪੋ, ਬਾਣੀ ਪੜੋ ਭਾਈ, ਨਾਮ ਜਪਿਆ ਕਰੋ, ਤੇ ਆਪ ਮੈਂ ਜਪਾਂ ਨਾ। ਆਪ ਨਾ ਕਰੈ, ਕਹਿੰਦੇ ਆਪ ਨਹੀਂ ਕਰਦਾ। ਆਵਤ ਜਾਵਤ ਜਨਮੈ ਮਰੈ, ਕਹਿੰਦੇ ਆਉਂਦਾ ਰਹੂਗਾ, ਜਾਂਦਾ ਰਹੂਗਾ, ਜੰਮਦਾ ਰਹੂਗਾ, ਮਰਦਾ ਰਹੂਗਾ। ਇਹ ਨਹੀਂ ਵੀ ਅਸੀਂ ਧਰਮ ਦੇ ਪ੍ਰਚਾਰਕ ਹਾਂ ਤੇ ਸਾਡੇ ਵਾਸਤੇ ਸੱਚਖੰਡ ਦੇ ਦਰਵਾਜ਼ੇ ਖੁੱਲ੍ਹੇ ਆ, ਅਸੀਂ ਜੋ ਮਰਜ਼ੀ ਕਰੀ ਜਾਈਏ। ਨਹੀਂ, ਕਿਸੇ ਨੂੰ ਨਹੀਂ ਬਖਸ਼ਿਆ। ਜਿਹੜਾ ਸਿੱਖੀ ਕਮਾਊਗਾ ਉਹਨੂੰ ਹੀ ਖੁੱਲ੍ਹ ਹੈ, ਦੂਜੇ ਨੂੰ ਨਹੀਂ। ਇੱਥੇ ਸਿੱਖੀ ਕਮਾਉਣ ਦੀ ਗੱਲ ਹੈ। ਇਹ ਨਹੀਂ ਵੀ ਇਕੱਲਾ ਰਜਿਸਟਰ 'ਚ ਨਾਂ ਦਾਖਲ ਕਰਾਤਾ। ਸਕੂਲੇ ਆਪਾਂ ਕਿਸੇ ਬੱਚੇ ਦਾ ਨਾਂ ਦਾਖਲ ਕਰਾ ਦਈਏ ਤੇ ਨਾ ਉਹ ਸਕੂਲੇ ਜਾਵੇ, ਤੇ ਨਾ ਸਕੂਲ ਦੀਆਂ ਨੂੰ ਕਿਤਾਬਾਂ ਦਾ ਹੀ ਪਤਾ ਹੋਵੇ, ਨਾ ਉਹਨੂੰ ਇਹ ਪਤਾ ਹੋਵੇ ਮੇਰਾ ਬਸਤਾ ਕਿੱਥੇ ਆ, ਨਾ ਉਹਨੂੰ ਇਹ ਪਤਾ ਹੋਵੇ ਵੀ ਮੈਨੂੰ ਹੋਮਵਰਕ ਕੀ ਦਿੱਤਾ, ਭਾਵ ਕੀ ਪੜ੍ਹਾਉਂਦੇ ਆ ਸਕੂਲ ਵਿੱਚ, ਕੁਛ ਵੀ ਨਾ ਪਤਾ ਹੋਵੇ, ਤੇ ਅਸੀਂ ਕਹੀਏ ਸਾਨੂੰ ਡਿਗਰੀ ਮਿਲ ਜਾਊ, ਸਾਨੂੰ ਸਰਟੀਫਿਕੇਟ ਮਿਲ ਜਾਊ। ਕਿਵੇਂ ਮਿਲ ਜਾਊ ਭਾਈ? ਅੰਮ੍ਰਿਤ ਛਕ ਲਿਆ, ਅਸੀਂ ਘਰੇ ਬੈਠੇ ਰਹਿੰਦੇ ਹਾਂ, ਗੁਰਦੁਆਰੇ ਕਦੀ ਆਏ ਨਹੀਂ, ਕਦੀ ਕਥਾ ਨਹੀਂ ਸੁਣੀ, ਕਦੀ ਕੀਰਤਨ ਨਹੀਂ ਸੁਣਿਆ, ਕਦੀ ਬਾਣੀ ਨਹੀਂ ਸੁਣੀ, ਕਦੀ ਪੜ੍ਹੀ ਨਹੀਂ, ਤੇ ਸੱਚਖੰਡ ਕਿਵੇਂ ਪਹੁੰਚ ਜਾਵਾਂਗੇ? ਉਹ ਜਿਹੜਾ ਗੁਰੂ ਦੇ ਦਵਾਰ 'ਤੇ ਨਹੀਂ ਆਇਆ, ਗੁਰੂ ਘਰ ਨਹੀਂ ਆਇਆ, ਉਹ ਸੱਚਖੰਡ ਕਿਵੇਂ ਚਲੇ ਜਾਊ? ਧਿਆਨ ਰੱਖੋ, ਜਿਹੜੇ ਸਤਿਗੁਰੂ ਜੀ ਨੇ ਨਾਮ ਦਿੱਤੇ ਆ ਨਾ, ਉਹ ਐਵੇਂ ਨਹੀਂ ਦਿੱਤੇ। ਪਾਤਸ਼ਾਹ ਜੀ ਨੇ ਨਾਮ ਦਿੱਤਾ ਗੁਰਦੁਆਰਾ। ਗੁਰਦੁਆਰੇ ਤੋਂ ਭਾਵ ਗੁਰੂ ਦਾ ਦੁਆਰਾ। ਜਿਹੜਾ ਗੁਰੂ ਦੇ, ਹੁਣ ਵੇਖੋ ਆਪਾਂ ਜਦੋਂ ਕਿਸੇ ਦੇ ਘਰ ਜਾਂਦੇ ਹਾਂ ਪਹਿਲਾਂ ਉਹਦੇ ਦੁਆਰ 'ਤੇ ਹੀ ਜਾਂਦੇ ਹਾਂ।
ਪਹਿਲਾਂ ਉਹਦੇ ਬੂਹੇ 'ਤੇ ਬਾਹਰਲੇ ਬਾਰ 'ਤੇ ਹੀ ਜਾਂਦੇ ਹਾਂ, ਫਿਰ ਹੀ ਉਹਦੇ ਘਰ ਵੜਦੇ ਹਾਂ ਕਿ ਸਿੱਧਾ ਹੀ ਘਰੇ ਵੜ ਜਾਂਦੇ ਹਾਂ। ਗੁਰੂ ਦਾ ਇਹ ਦਵਾਰ ਹੈ, ਜਿਹੜਾ ਇਸ ਦਵਾਰ 'ਤੇ ਨਹੀਂ ਕਦੀ ਆਇਆ ਉਹ ਰੱਬ ਦੇ ਘਰੇ ਕਿਵੇਂ ਚਲੇ ਜਾਏਗਾ। ਸੱਚਖੰਡ ਕਿੱਥੋਂ ਲੱਭਦੇ ਜੇ? ਇਹ ਪਹਿਲਾਂ ਦਵਾਰ 'ਤੇ ਆਣ ਕੇ ਹਾਜ਼ਰੀ ਭਰਨੀ ਪੈਣੀ ਆ। ਇਹ ਗੁਰੂ ਨਾਨਕ ਪਾਤਸ਼ਾਹ ਜਿਹੜੇ ਵੀ ਨਗਰ ਵਿੱਚ ਜਾਂਦੇ ਨੇ, ਪਹਿਲਾਂ ਗੁਰਦੁਆਰੇ ਨੂੰ ਧਰਮਸਾਲ ਕਹਿੰਦੇ ਸੀ ਲੋਕ, ਉੱਥੇ ਧਰਮਸ਼ਾਲਾ ਬਣਵਾ ਕੇ ਆਉਂਦੇ ਨੇ। ਜਿਹੜੇ ਵੀ ਗੁਰਦੁਆਰੇ, ਜਿਹੜੇ ਵੀ ਸਤਿਗੁਰੂ ਜੀ ਜਿਹੜੇ ਵੀ ਨਗਰ ਵਿੱਚ ਗਏ, ਉੱਥੇ ਪਾਤਸ਼ਾਹ ਜੀ ਨੇ ਇੱਕ ਗੁਰਦੁਆਰਾ ਬਣਾਇਆ। ਸਾਰੀ ਸੰਗਤ ਨੂੰ ਕਿਹਾ, ਭਾਈ ਸੁਬਾਹ ਸ਼ਾਮ ਤੁਸੀਂ ਸੰਗਤ ਕਰਿਆ ਕਰਨੀ ਹੈ। ਉੱਥੋਂ ਦੇ ਇੱਕ ਸਿੱਖ ਤੇ ਪੂਰੀ ਵੱਡੀ ਬਖਸ਼ਿਸ਼ ਕਰਕੇ ਤੇ ਉਹਨੂੰ ਉੱਥੋਂ ਦਾ ਪ੍ਰਚਾਰਕ ਥਾਪਿਆ ਕਿ ਤੁਸੀਂ ਇਹਨਾਂ ਨੂੰ ਬਾਣੀ ਪੜ੍ਹਾਇਆ ਕਰਨੀ ਹੈ, ਸੁਣਾਇਆ ਕਰਨੀ ਹੈ। ਸੋ ਇਹ ਸਤਿਗੁਰੂ ਪਾਤਸ਼ਾਹ ਜੀ ਦੀਆਂ ਚਲਾਈਆਂ ਹੋਈਆਂ ਮਰਿਆਦਾ ਜਿੰਨੀਆਂ ਵੀ ਪੁਰਾਤਨ ਨੇ, ਅੱਜ ਅਸੀਂ ਪੜ੍ਹੇ ਹੋਏ ਲਿਖ ਕੇ ਜੀ, ਅੱਜ ਜੋਤ ਦੀ ਨਹੀਂ ਲੋੜ ਜੀ, ਨਾਰੀਅਲ ਦੀ ਨਹੀਂ ਲੋੜ ਜੀ, ਉਹ ਨਹੀਂ ਚਾਹੀਦਾ ਜੀ, ਆਹ ਨਹੀਂ ਚਾਹੀਦਾ। ਅੱਜ ਅਸੀਂ ਬਾਹਲੇ ਸਿਆਣੇ ਹੋ ਗਏ। ਜਿਨ੍ਹਾਂ ਸਿੱਖਾਂ ਨੇ ਬੰਦ ਕਟਾਇਆ, ਖੋਪਰੀਆਂ ਲਵਾਤੀਆਂ ਸਿੱਖੀ ਵਾਸਤੇ, ਸਾਡੀ ਕੀ ਦੇਣ ਹੈ ਸਿੱਖੀ ਨੂੰ? ਅਸੀਂ ਕਹਿੰਦੇ ਆ ਉਹ ਨਹੀਂ ਚਾਹੀਦਾ, ਆਹ ਨਹੀਂ ਚਾਹੀਦਾ। ਗੁਰਮੁਖ ਪਿਆਰਿਓ, ਜਿਨ੍ਹਾਂ ਨੇ ਏਡੇ ਏਡੇ ਵੱਡੇ ਗ੍ਰੰਥ ਭਾਈ ਮਨੀ ਸਿੰਘ ਜੀ ਨੇ ਲਿਖ ਤੇ ਭਾਈ ਗੁਰਦਾਸ ਜੀ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਰਹੇ, ਇੰਨੀ ਸੇਵਾ ਕੀਤੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਖਤਾ, ਵਾਰਾਂ ਲਿਖੀਆਂ ਭਾਈ ਨੰਦ ਲਾਲ ਜੀ, ਹੋਰ ਬਹੁਤ ਵੱਡੇ ਵਿਦਵਾਨ ਸਿੱਖ ਨੇ, ਭਾਈ ਜੈਤਾ ਜੀ। ਤੇ ਗੁਰਮੁਖ ਪਿਆਰਿਓ, ਐਸੇ ਸਿੱਖਾਂ ਨੇ ਕਦੀ ਸ਼ੰਕਾ ਨਹੀਂ ਕੀਤਾ ਅਸੀਂ ਕੌਣ ਹੁੰਦੇ ਹਾਂ। ਜਿਨ੍ਹਾਂ ਨੇ ਤਲੀ ਤੇ ਸੀਸ ਰੱਖ ਕੇ ਜਿਹੜੇ ਲੜ ਗਏ, ਉਹਨਾਂ ਨੇ ਕਦੀ ਕਿਹਾ ਵੀ ਆਹ ਕਿਉਂ ਆ ਤੇ ਆਹ ਕਿਉਂ ਆ, ਤੇ ਅਸੀਂ ਕੌਣ ਆ ਭਾਈ? ਸਾਡੇ ਮੂੰਹ ਤੇ ਦਾੜੀਆਂ ਨਹੀਂ ਆ, ਸਿਰ ਤੇ ਕੇਸ ਨਹੀਂ ਆ, ਤੇ ਅਸੀਂ ਕਹਿੰਦੇ ਹਾਂ ਵੀ ਸਿੱਖੀ ਵਿੱਚ ਆਓ ਕਿਉਂ, ਆਹ ਵਾ ਕਿਉਂ? ਅਸਲ ਵਿੱਚ ਸਾਨੂੰ ਕੋਈ ਸਿੱਖੀ ਦੇ ਵਿੱਚ ਵਿਧਾਨ ਬਣਾਉਣਾ ਚਾਹੀਦਾ। ਮੁਸਲਮਾਨ ਧਰਮ ਦੇ ਵਿੱਚ ਗੁਰਮੁਖ ਪਿਆਰਿਓ, ਜਿਹੜਾ ਬਿਲਕੁਲ ਜਿੰਨੇ ਸਾਰੀ ਕੁਰਾਨ ਜਿਹਨੂੰ ਯਾਦ ਹੈ, ਸਾਰੀ ਕੁਰਾਨ ਦੇ ਲਫ਼ਜ਼ਾਂ ਨੂੰ, ਉਹਦੇ ਕੱਲੀ ਕੱਲੀ ਗੱਲ ਨੂੰ ਜਾਣਦਾ ਵੀ ਮੁਹੰਮਦ ਸਾਹਿਬ ਨੇ ਕੀ ਕਿਹਾ ਤੇ ਇਹਦਾ ਕੀ ਅਰਥ ਬਣਦਾ। ਤੇ ਗੁਰਮੁਖ ਪਿਆਰੋ, ਧਰਮ ਦੇ ਵਿੱਚ ਜੇ ਕੋਈ ਗੱਲ ਕਹਿਣੀ ਹੋਵੇ ਤਾਂ ਉਹ ਕਹਿ ਸਕਦਾ ਹੈ, ਦੂਜੇ ਨੂੰ ਕੋਈ ਹੁਕਮ ਨਹੀਂ ਵੀ ਕੁਝ ਕਹਿ ਸਕੇ। ਨਹੀਂ ਤਾਂ ਫਾੜ ਕੇ ਦੋ ਟੋਟੇ ਕਰ ਦਿੰਦੇ ਆ ਵੀ ਉਹਨਾਂ ਦੇ ਧਰਮ ਦੇ ਖਿਲਾਫ ਕੋਈ ਗੱਲ ਕਹਿ ਕਿਵੇਂ ਜਾਵੇ। ਪਰ ਅਸੀਂ ਅੱਜ ਜਿਹੜਾ ਉੱਠਦਾ ਹੈ, ਜਿਹਨੂੰ ਊੜਾ ਨਹੀਂ ਕਹਿਣਾ ਆਉਂਦਾ ਨਾ, ਬਾਣੀ ਦਾ ਊੜਾ, ਉਹ ਵੀ ਕਹਿੰਦਾ ਮੈਂ ਬੜਾ ਵੱਡਾ ਵਿਦਵਾਨ ਹੈ, ਤੁਸੀਂ ਕੌਣ ਹੁੰਦੇ ਜੇ? ਉਹ ਵੀ ਬਾਣੀ ਤੇ ਸ਼ੰਕਾ ਕਰਦਾ। ਧਰਮ ਜਿਹਨੂੰ ਪਤਾ ਹੀ ਕੱਖ ਨਹੀਂ ਗੁਰਬਾਣੀ ਬਾਰੇ, ਧਾਰਮਿਕ ਗ੍ਰੰਥਾਂ ਬਾਰੇ, ਜਿਹਨੂੰ ਪਤਾ ਹੀ ਕੁਝ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿੰਨੇ ਅੰਗ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣੀ ਕਿੰਨੇ ਛੰਦਾਂ 'ਚ ਲਿਖੀ ਆ, ਕਿੰਨੀਆਂ ਅਸ਼ਟਪਦੀਆਂ, ਕਿੰਨੇ ਰਾਗ ਨੇ, ਕੁਝ ਵੀ ਨਹੀਂ ਨਾ ਪਤਾ ਜਿਹਨੂੰ, ਉਹ ਅੱਜ ਬਾਣੀ ਤੇ ਗੁਰੂ ਦੀਆਂ ਸਾਖੀਆਂ ਤੇ ਗੁਰੂ ਦੇ ਇਤਿਹਾਸ ਤੇ ਗੁਰੂ ਦੀ ਰਹਿਤ ਮਰਿਆਦਾ ਤੇ ਸ਼ੰਕੇ ਕਰ ਰਿਹਾ। ਇਹ ਕੋਈ ਵਿਧਾਨ ਬਣਾਉਣਾ ਚਾਹੀਦਾ ਵੀ ਕਿਹੜਾ ਬੰਦਾ ਧਰਮ ਦੀ ਗੱਲ ਦੇ ਵਿੱਚ ਬੋਲ ਸਕਦਾ ਤੇ ਕਿਹੜਾ ਨਹੀਂ ਬੋਲ ਸਕਦਾ। ਸਾਨੂੰ ਲੋਕ ਗ੍ਰੰਥੀਆਂ ਨੂੰ ਪਤਾ, ਸੀਰੀਆਂ ਤੋਂ ਵੱਧ ਨਹੀਂ ਸਮਝਦੇ। ਇਹਨਾਂ ਲੋਕ ਸਤਿਕਾਰ ਆਪਣੇ ਸੀਰੀਆਂ ਦਾ ਕਰਦੇ ਆ, ਉਹਦਾ ਵੀ ਨਾਂ ਲੈ ਕੇ ਬੁਲਾਉਂਦੇ। ਤੇ ਭਾਈ ਇੱਥੇ ਆਣ ਕੇ ਪਤਾ ਕੀ ਕਹਿਣਗੇ, ਓਏ ਬਾਬਾ ਕਿੱਥੋਂ ਸਿੱਖ ਕੇ ਆਏ ਆ, ਅਸੀਂ ਸਿੱਖੀ ਕਿੱਥੋਂ ਸਿੱਖੀ ਆ? ਜੇ ਨਾਂ ਲੈ ਕੇ ਬੁਲਾ ਲਓ ਅਗਲੇ ਨੂੰ, ਨਹੀਂ ਸਤਿਕਾਰ ਨਾਲ ਬੁਲਾਉਣਾ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਸੱਚੀ ਗੱਲ ਨਿਕਲ ਆਉਂਦੀ ਹੈ ਮੂੰਹ 'ਚੋਂ। ਪਾਤਸ਼ਾਹ ਜੀ ਕਹਿੰਦੇ, ਬਾਹਰ ਪੇਖ ਨਾ ਕਾਹੂ ਪੀਨ, ਅਵਰ ਉਪਦੇਸੈ
ਆਪ ਨਾ ਕਰੈ। ਦੂਜਿਆਂ ਨੂੰ ਕਹਿੰਦੇ ਆਪ ਕਮਾਉਂਦਾ ਨਹੀਂ, ਦੂਜਿਆਂ ਨੂੰ ਉਪਦੇਸ਼ ਕਰਦਾ। ਆਵਤ ਜਾਵਤ ਜਨਮ ਮਰੇ, ਆਉਂਦਾ ਰਹੂਗਾ ਤੇ ਜਾਂਦਾ ਰਹੂਗਾ, ਜੰਮਦਾ ਰਹੂਗਾ, ਮਰਦਾ ਰਹੂਗਾ। ਜਿਸ ਕੈ ਅੰਤਰ ਬਸੈ ਨਿਰੰਕਾਰ, ਪਾਤਸ਼ਾਹ ਜੀ ਕਹਿੰਦੇ ਜਿਹਦੇ ਅੰਦਰ ਨਿਰੰਕਾਰ ਵਸਦਾ, ਜਿਹਦੇ ਮਨ ਵਿੱਚ ਵਾਹਿਗੁਰੂ 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 ਚੱਲਦਾ, ਤਿਸ ਕੀ ਸੀਖ ਤਰੈ ਸੰਸਾਰ। ਸਤਿਗੁਰੂ ਜੀ ਨੇ ਇੱਥੇ ਆਣ ਕੇ ਸਾਰਾ ਫੈਸਲਾ ਕਰਤਾ ਵੀ ਉਹਦੀ ਸਿੱਖਿਆ ਦੁਆਰਾ ਹੀ ਸੰਸਾਰ ਤਰ ਸਕਦਾ ਹੈ। ਜਿਹਦੇ ਅੰਦਰ ਵਾਹਿਗੁਰੂ ਵਸਿਆ ਹੋਇਆ, ਜਿਹਦੇ ਅੰਦਰ ਖੁਦ ਨਾਮ ਚੱਲਦਾ, ਜਿਹਦੇ ਅੰਦਰ 24 ਘੰਟੇ ਕੀਰਤਨ ਚੱਲ ਰਿਹਾ, ਜਦੋਂ ਉਹ ਕੀਰਤਨ ਕਰੂਗਾ ਨਾ, ਫਿਰ ਦੇਖਿਓ ਤੁਸੀਂ ਕਿੰਨਾ ਆਨੰਦ ਆਉਂਦਾ ਕੀਰਤਨ ਸੁਣਨ ਦਾ। ਫਿਰ ਦੇਖਿਓ ਜਦੋਂ ਉਹ ਬਾਣੀ ਪੜ੍ਹਦਾ ਕਿੰਨਾ ਰਸ ਟਪਕਦਾ ਹੈ, ਨਾਲ ਦੀ ਨਾਲ ਰਸ ਆਊਗਾ, ਕੰਨਾਂ ਨੂੰ ਰਸ ਆਊਗਾ, ਦੇਹੀ ਦੇ ਵਿੱਚ ਰਸ ਚੱਲੇਗਾ। ਪਾਤਸ਼ਾਹ ਜੀ ਕਹਿੰਦੇ ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਉਹਦੀ ਸਿੱਖਿਆ ਦੁਆਰਾ ਹੀ ਸੰਸਾਰ ਤਰ ਸਕਦਾ। ਦੂਜੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਜਿੰਨੇ ਚਿਰ ਆਪਣੀ ਕਮਾਈ ਨਹੀਂ, ਸੰਸਾਰ ਨਹੀਂ ਦਰ ਸਕਦਾ। ਬੜੇ ਐਸੇ ਮਹਾਂਪੁਰਸ਼ ਆਏ ਨੇ ਤੇ ਹੁਣ ਵੀ ਹਨ ਗੁਰਮੁਖ ਪਿਆਰੋ, ਜਿਹੜੇ ਲੱਖਾਂ ਸੰਗਤਾਂ ਨੂੰ ਤਾਰ ਗਏ। ਬੜੇ ਵੱਡੇ ਵੱਡੇ ਮਹਾਂਪੁਰਖ ਇਸ ਗੁਰਮੁਖ ਪਿਆਰਿਓ ਸਿੱਖੀ ਦੇ ਵਿੱਚ ਆਏ ਨੇ, ਪਰ ਅੱਜ ਅਸੀਂ ਉਹਨਾਂ ਨੂੰ ਵੀ ਤੂਮਤਾ ਲਾ ਰਹੇ ਹਾਂ। ਬਾਬਾ ਅਤਰ ਸਿੰਘ ਜੀ ਮਹਾਂਪੁਰਖ ਗੁਰਮੁਖ ਪਿਆਰਿਓ, ਉਸ ਸਮੇਂ ਜਿਸ ਸਮੇਂ ਨਾ ਕੋਈ ਬੱਸ ਸੀ, ਨਾ ਕੋਈ ਹੋਰ ਪ੍ਰਬੰਧ ਸੀ, ਤੇ ਗੁਰਮੁਖ ਪਿਆਰਿਓ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਲੱਖਾਂ ਨੂੰ। ਤੇ ਉਸ ਸਮੇਂ ਜਦੋਂ ਸਿੱਖੀ ਨਗਾਰ ਵੱਲ ਜਾ ਰਹੀ ਸੀ, ਉਦੋਂ ਉਹਨਾਂ ਨੇ ਸਿੱਖੀ ਨੂੰ ਪ੍ਰਫੁੱਲਤ ਕੀਤਾ, ਸਹਾਰਾ ਦਿੱਤਾ। ਜਦੋਂ ਕਲਗੀਧਰ ਪਾਤਸ਼ਾਹ ਗਏ, ਉਹਨਾਂ ਨੇ ਗੁਰਮੁਖ ਪਿਆਰਿਓ 72 ਮਹਾਂਪੁਰਸ਼ ਭੇਜੇ, 72 ਸਿੱਖੀ ਨੂੰ ਪ੍ਰਫੁੱਲਤ ਕਰਨ ਵਾਸਤੇ। ਔਰ ਅੱਜ ਵੀ ਬ੍ਰਹਮ ਗਿਆਨੀ ਮਹਾਂਪੁਰਖ, ਵੱਡੇ ਵੱਡੇ ਸੰਤ ਮਹਾਂਪੁਰਸ਼ ਇਸ ਸਿੱਖੀ ਨੂੰ ਸਹਾਰਾ ਦੇਣ ਵਾਸਤੇ ਆ ਰਹੇ ਨੇ ਤੇ ਆਉਂਦੇ ਰਹਿਣਗੇ, ਕਿਉਂਕਿ ਇੱਕ ਇਹ ਨਿਤਾ ਅਵਤਾਰ ਹੁੰਦੇ ਨੇ ਗੁਰਮੁਖ ਪਿਆਰਿਓ, ਜਿਹੜੇ ਆਉਂਦੇ ਨੇ ਸਾਨੂੰ ਸਮਝਾਉਣ ਵਾਸਤੇ, ਗੁਰੂ ਦੇ ਲੜ ਲਾਉਣ ਵਾਸਤੇ। ਕਿਉਂਕਿ ਜੇ ਇਹ ਫੁਲਵਾੜੀ ਲਾਈ ਹੈ ਤਾਂ ਇਹਦੀ ਫੁਲਵਾੜੀ ਦੀ ਰਾਖੀ ਕਰਨ ਵਾਸਤੇ, ਇਹਨੂੰ ਪਾਣੀ ਪਾਉਣ ਵਾਸਤੇ, ਦਵਾਈ ਛਿੜਕਣ ਵਾਸਤੇ, ਗੋਡੀ ਕਰਨ ਵਾਸਤੇ ਕੋਈ ਨਾ ਕੋਈ ਚਾਹੀਦਾ। ਮਗਰ ਐਵੇਂ ਛੱਡ ਕੇ ਨਹੀਂ ਨਾ ਜਾ ਸਕਦੇ ਕਲਗੀਧਰ ਪਾਤਸ਼ਾਹ। ਸੋ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਪਾਤਸ਼ਾਹ ਜੀ ਕਹਿੰਦੇ ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਭਾਈ ਉਹਦੀ ਸਿੱਖਿਆ ਨਾਲ ਸੰਸਾਰ ਤਰ ਸਕਦਾ, ਜਿਹਦੇ ਅੰਦਰ ਵਾਹਿਗੁਰੂ ਦਾ ਨਾਮ ਵਸਦਾ, ਜਿਹਦੇ ਅੰਦਰ ਵਾਹਿਗੁਰੂ ਵਸਦਾ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਹੇ ਪ੍ਰਭੂ ਜੋ ਭਗਤ ਤੈਨੂੰ ਪਿਆਰੇ ਲੱਗਦੇ, ਉਹਨਾਂ ਨੇ ਤੈਨੂੰ ਪਛਾਣਿਆ। ਭਾਵ ਜਿਨ੍ਹਾਂ ਨੂੰ ਤੂੰ ਪਿਆਰ ਕਰਦਾ ਹੈ ਉਹ ਤੈਨੂੰ ਪਛਾਣ ਲੈਂਦੇ ਨੇ, ਜਿਹੜੇ ਤੈਨੂੰ ਪਿਆਰ ਕਰਦੇ ਨੇ। ਕਿਉਂਕਿ ਪਾਤਸ਼ਾਹ ਜੀ ਨੇ ਕਿਹਾ ਇੱਕੋ ਹੀ ਰਸਤਾ ਪ੍ਰਭੂ ਤੱਕ ਜਾਣ ਦਾ, ਪੰਥਾ ਪ੍ਰੇਮ ਨਾ ਜਾਣਈ ਭੂਲੀ ਫਿਰੈ ਗਵਾਰ। ਨਾਨਕ ਹਰ ਬਿਸਰਾਏ ਕੇ ਪਾਉਂਦੇ ਨਰਕ ਅੰਧਿਆਰ। ਕਹਿੰਦੇ ਤੁਸੀਂ ਪ੍ਰੇਮ ਦਾ ਰਸਤਾ ਤਾਂ ਜਾਣਦੇ ਨਹੀਂ। ਭਾਈ ਜਿਹੜਾ ਉਸ ਪ੍ਰੇਮੀ ਨੂੰ ਪੁੱਛੋ ਜਿਹੜਾ ਪ੍ਰੇਮ ਕਰਦਾ। ਪ੍ਰੇਮ ਦੀ ਖਾਤਰ ਗੁਰਮੁਖ ਪਿਆਰਿਓ ਸੋਹਣੀ ਮਹੀਵਾਲ ਕੱਚੇ ਤੇ ਤਰ ਗਈ, ਕੱਚੇ ਤੇ। ਉਹਨੂੰ ਪਤਾ ਸੀ ਵੀ ਇਹ ਕੱਚਾ ਵਾ, ਇਹ ਨਹੀਂ ਸੀ ਕਿ ਉਹਨੂੰ ਪਤਾ ਨਹੀਂ ਸੀ, ਪਤਾ ਸੀ ਕੱਚਾ ਵਾ। ਪਰ ਗੱਲ ਪਿਆਰ ਦੀ ਹੈ। ਸਿੱਖੀ ਦੀ ਖਾਤਰ ਗੁਰਮੁਖ ਪਿਆਰਿਓ ਜਿਨ੍ਹਾਂ ਨੇ ਆਸ਼ਕੀਆਂ ਕਮਾਈਆਂ, ਭਾਵ ਜਿਨ੍ਹਾਂ ਨੇ ਬੰਦ ਕਟਾਏ ਆ, ਇਹ ਉਹਨਾਂ ਨੂੰ ਪਤਾ ਨਹੀਂ ਸੀ ਵੀ ਆ ਹੁਣ ਸਾਡਾ ਸਰੀਰ ਟੁੱਕਿਆ ਜਾਣਾ। ਪਰ ਅੰਦਰ ਪ੍ਰੇਮ ਹੈ ਗੁਰੂ ਵਾਸਤੇ, ਸਿੱਖੀ ਵਾਸਤੇ, ਵੀ ਇਸ ਸਰੀਰ ਦੀ ਕੋਈ ਕੀਮਤ ਨਹੀਂ। ਜੇ ਗੁਰੂ ਵਾਸਤੇ ਟੁੱਕਿਆ ਜਾਵੇ, ਵੱਢਿਆ ਜਾਵੇ, ਜੇ ਦੋ ਫਾੜ ਹੋ ਜਾਏ ਫਿਰ ਕੀ ਗੱਲ ਹੈ।
ਮੈਨੂੰ ਤਾਂ ਗੁਰੂ ਦਾ ਪਿਆਰ ਚਾਹੀਦਾ। ਸੋ ਗੁਰਮੁਖ ਪਿਆਰਿਓ, ਇਸ਼ਕ ਹਕੀਕੀ ਕਰਨਾ ਪੈਣਾ। ਪਾਤਸ਼ਾਹ ਜੀ ਕਹਿੰਦੇ, ਜੋ ਤੂੰ ਭਾਨੇ ਤਿਨ ਪ੍ਰਭ ਜਾਤਾ, ਜਿਨ੍ਹਾਂ ਨੂੰ ਤੂੰ ਭਾ ਗਿਆ, ਜਿਨ੍ਹਾਂ ਨੇ ਤੈਨੂੰ ਪਿਆਰ ਕੀਤਾ, ਕਹਿੰਦੇ ਉਹਨਾਂ ਨੂੰ ਤੂੰ ਆਪਣਾ ਆਪ ਜਨਾਤਾ। ਨਾਨਕ ਉਨ ਜਨ ਚਰਨ ਪਰਾਤਾ। ਪਾਤਸ਼ਾਹ ਜੀ ਕਹਿੰਦੇ, ਨਾਨਕ ਉਹਨਾਂ ਪੁਰਸ਼ਾਂ ਦੇ, ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ, ਮੈਂ ਉਹਨਾਂ ਭਗਤਾਂ ਦੇ ਚਰਨਾਂ 'ਤੇ ਡਿੱਗ ਪੈਣਾ। ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਦੇ ਦਿਓ, ਮੈਨੂੰ ਉਹਨਾਂ ਦੇ ਚਰਨ ਬਖਸ਼ਿਸ਼ ਕਰ ਦਿਓ, ਜਿਹੜੇ ਵਾਹਿਗੁਰੂ ਨੂੰ ਭਾ ਗਏ, ਜਿਨ੍ਹਾਂ ਨੇ ਪਿਆਰ ਕੀਤਾ ਸਤਿਗੁਰੂ ਨੂੰ, ਜਿਨ੍ਹਾਂ ਨੇ ਪਿਆਰ ਕੀਤਾ ਵਾਹਿਗੁਰੂ ਨੂੰ। ਗੁਰਮੁਖ ਪਿਆਰਿਓ, ਪਾਤਸ਼ਾਹ ਜੀ ਕਹਿੰਦੇ, ਮੈਨੂੰ ਉਹਨਾਂ ਦੇ ਚਰਨ ਚਾਹੀਦੇ ਆ, ਮੈਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਾਂ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਦਾਸ ਵੱਲੋਂ ਪਾਤਸ਼ਾਹ ਜੀ ਦੇ ਬਚਨਾਂ ਨੂੰ ਸਮਝਾਉਂਦਿਆਂ ਏਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ। ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਲੇਖਿਆ ਕਤੇ ਨਾ ਛੋਟੀ ਹੈ, ਖਿਨ ਖਿਨ ਭੂਲਨਹਾਰ, ਬਖਸ਼ਣਹਾਰ ਬਖਸ਼ ਲੈ। ਨਾਨਕ ਪਾਰ ਉਤਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਵਾਹਿਗੁਰੂ ਜੀ ਕਾ ਖਾਲਸਾ।